ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਤੇ ਚੱਕ ਦੇ ਟੀਵੀ ਦੇ ਪ੍ਰੋਗਰਾਮ ਪੱਖ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ 'ਚ ਕੁਝ ਤਾਜ਼ਾ ਤਰੀਨ ਖਬਰਾਂ ਤੇ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਵਿਸਥਾਰਤ ਤੇ ਸਕਾਰਾਤਮਕ ਚਰਚਾ ਕਰਦੇ ਹਾਂ ਤਾਂ ਕਿ ਖਬਰ ਜਾਂ ਫਿਰ ਉਸ ਮੁੱਦੇ ਦਾ ਸੱਚ ਖੁੱਲ੍ਹ ਕੇ ਤੁਹਾਡੇ ਸਾਹਮਣੇ ਆ ਸਕੇ। ਔਰ ਇਸ ਕੋਸ਼ਿਸ਼ ਦੇ ਵਿੱਚ ਬਾਕਾਇਦਾ ਸਟੂਡੀਓ 'ਚ ਮੇਰੇ ਨਾਲ ਮੌਜੂਦ ਰਹਿੰਦੇ ਨੇ ਉੱਘੇ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਦੇਸਰਾਜ ਕਾਲੀ ਜੀ ਆਇਆਂ ਕਿੰਨੇ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ। ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਰਾਕੇਸ਼ ਆਨੰਦ ਵੀ ਸਾਡੇ ਨਾਲ ਮੌਜੂਦ ਰਹਿਣਗੇ। ਆਨੰਦ ਜੀ, ਤੁਹਾਨੂੰ ਵੀ ਜੀ ਆਇਆਂ ਕਹਿੰਦੇ ਆ। ਥੈਂਕਸ ਤਸਵੀਰ। ਸ਼ੁਰੂਆਤ ਇਸ ਪ੍ਰੋਗਰਾਮ ਦੀ ਕਰਦੇ ਆ ਜੀ ਇੱਕ ਵਾਰ ਫਿਰ ਅਕਾਲੀ ਦਲ ਬਾਦਲ ਦੇ ਵਿੱਚ ਜਿਹੜੀ ਇਸ ਸਮੇਂ ਸਥਿਤੀ ਬਣੀ ਹੋਈ ਹੈ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਖਾਸ ਤੌਰ ਤੇ ਅਕਾਲੀ ਦਲ ਦੇ ਵਿੱਚੋਂ ਬਾਦਲ ਪਰਿਵਾਰ ਹਾਸ਼ੀਏ ਤੇ ਧਕੇਲਿਆ ਜਾ ਰਿਹਾ ਨਜ਼ਰ ਆ ਰਿਹਾ ਹੈ, ਉਸ ਸਭ ਦਾ ਅਸਰ ਸਿਰਫ ਪੰਜਾਬ ਦੀ ਸਿੱਖ ਸਿਆਸਤ ਦੇ ਉੱਤੇ ਨਹੀਂ ਪੈ ਰਿਹਾ, ਪੰਜਾਬ ਦੀ ਰਵਾਇਤੀ ਸਿਆਸਤ ਦੇ ਉੱਤੇ ਨਹੀਂ ਪੈ ਰਿਹਾ, ਬਲਕਿ ਇਹਦਾ ਅਸਰ ਦਿੱਲੀ ਤੱਕ ਪਹੁੰਚ ਚੁੱਕਾ ਆ। ਜੋ ਹਾਲਾਤ ਪੰਜਾਬ ਦੇ ਵਿੱਚ ਬਣੇ ਆ ਉਹਨਾਂ ਹਾਲਾਤਾਂ ਨੇ ਆਪਣਾ ਅਸਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਮਨਜੀਤ ਸਿੰਘ ਜੀਕੇ ਹੋਰਾਂ ਦੇ ਵੱਲੋਂ ਬਾਕਾਇਦਾ ਜਿਹੜੀ ਹੈ ਇੱਕ ਮੀਟਿੰਗ ਸੱਦੀ ਗਈ ਉੱਥੇ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੀ। ਉਹਨਾਂ ਨੂੰ ਅਹੁਦੇਦਾਰੀਆਂ ਬਹੁਤ ਜਲਦੀ ਵੰਡਣ ਦਾ ਐਲਾਨ ਕੀਤਾ ਗਿਆ ਤਾਂ ਕਿ ਕੋਈ ਟੁੱਟ ਕੇ ਇੱਧਰ ਉੱਧਰ ਨਾ ਹੋ ਜਾਵੇ। ਔਰ ਨਾਲ ਦੀ ਨਾਲ ਮਨਜੀਤ ਸਿੰਘ ਜੀਕੇ ਜਿਨ੍ਹਾਂ ਦੇ ਉੱਤੇ ਅਕਸਰ ਇਹ ਆਰੋਪ ਲੱਗਦੇ ਰਹੇ ਆ ਕਿ ਉਹ ਮਿਲਣ ਦਾ ਕਿਸੇ ਨੂੰ ਵੀ ਸਮਾਂ ਛੇਤੀ ਕੀਤੇ ਨਹੀਂ ਦਿੰਦੇ, ਸੋ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਆਪਣੇ ਮੂੰਹੋਂ ਕਿਹਾ ਕਿ ਮੈਂ ਕਦੀ ਨਹੀਂ ਇਹ ਚਾਹਿਆ ਕਿ ਕਿਸੇ ਨੂੰ ਮਿਲਣ ਲਈ ਸਮਾਂ ਨਾ ਦਿਆਂ, ਪਰ ਕਈ ਵਾਰੀ ਰੁਝੇਵਿਆਂ ਕਾਰਨ ਅਜਿਹਾ ਹੋ ਸਕਦਾ ਤੇ ਅੱਗੇ ਮੈਂ ਸਾਰਿਆਂ ਦੇ ਲਈ ਜਿਹੜਾ ਆ ਉਹ ਉਪਲਬਧ ਰਵਾਂਗਾ, ਕੋਈ ਵੀ ਮੈਨੂੰ ਮਿਲ ਸਕਦਾ। ਇੱਥੋਂ ਤੱਕ ਕਿ ਇਸਤਰੀ ਸਭਾ ਦੀ ਚੋਣ ਦੀ ਵੀ ਗੱਲ ਹੁਣ ਦਿੱਲੀ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਇਸ ਮੀਟਿੰਗ ਦੇ ਵਿੱਚ ਕੁਝ ਇਹੋ ਜਿਹੇ ਲੋਕ ਵੀ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਕੁਝ ਵਧੀਕੀਆਂ ਕਹਿ ਸਕਦੇ ਹੋਈਆਂ ਹੋਣਗੀਆਂ ਮੈਨੇਜਮੈਂਟ ਦੇ ਵੱਲੋਂ। ਉਹਨਾਂ ਨੇ ਖਾਸਾ ਖੌਰੂ ਪਾਉਣ ਦੀ ਵੀ ਕੋਸ਼ਿਸ਼ ਕੀਤੀ ਔਰ ਹੋ ਹੱਲਾ ਵੀ ਇਸ ਮੀਟਿੰਗ ਦੇ ਵਿੱਚ ਖਾਸਾ ਮਚਿਆ ਹੋਇਆ ਨਜ਼ਰ ਆਇਆ। ਸੋ ਸਿੱਧੇ ਤੌਰ ਤੇ ਦੇਸਰਾਜ ਕਾਲੀ ਜੀ ਦੇਖੀਏ, ਇਹ ਜਿਹੜੀ ਕਹਿ ਸਕਦੇ ਚੰਗਿਆੜੀ ਇੱਥੇ ਲੱਗੀ ਸੀਗੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ, ਇਸ ਚੰਗਿਆੜੀ ਦਾ ਸੇਕ ਜਿਹੜਾ ਆ ਉਹ ਹੁਣ ਦਿੱਲੀ ਤੱਕ ਪਹੁੰਚ ਚੁੱਕਾ ਆ। ਇਹ ਤਸਵੀਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਰੇੜਕਾ ਪੈਦਾ ਹੋ ਗਿਆ ਸੀ ਬੇਅਦਬੀਆਂ ਮਾਮਲਿਆਂ ਨੂੰ ਲੈ ਕੇ ਔਰ ਸੁਖਬੀਰ ਹੋਰਾਂ ਦੀ ਲੀਡਰਸ਼ਿਪ ਦੇ ਉੱਤੇ ਕਿੰਤੂ ਪ੍ਰੰਤੂ ਉੱਠਣੇ ਸ਼ੁਰੂ ਹੋ ਗਏ ਸੀਗੇ, ਵਿਰੋਧੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਉਸ ਵੇਲੇ ਜਿਹੜਾ ਐਕਸ਼ਨ ਕੀਤਾ ਗਿਆ ਉਹਦਾ ਦੇਖੋ ਅੰਦਰ ਖਾਤੇ ਕਿਤੇ ਨਾ ਕਿਤੇ ਇਹ ਰਿੱਝ ਰਿਹਾ ਸੀ, ਕਿਤੇ ਨਾ ਕਿਤੇ ਇਹ ਟਸ ਕਰ ਰਿਹਾ ਸੀ, ਜਿਹਦੀ ਪੀੜ ਅਕਾਲੀ ਲੀਡਰਸ਼ਿਪ ਨੂੰ ਖਾਸ ਕਰ ਟਕਸਾਲੀ ਅਕਾਲੀ ਲੀਡਰਸ਼ਿਪ ਨੂੰ ਅੰਦਰੋਂ ਅੰਦਰੀ ਚਰੂੰਡ ਰਹੀ ਸੀ, ਘੁਣ ਵਾਂਗ ਖਾ ਰਹੀ ਸੀ। ਉਹ ਜਿਵੇਂ ਕੰਡੇ ਭੰਨਦਾ ਸੀ ਉਹਨਾਂ ਦੇ ਅੰਦਰ ਕੋਈ ਨਾ ਕੋਈ ਇਹ ਦਰਦ, ਪਰ ਬਾਹਰ ਆਉਣ ਨੂੰ ਅਜੇ ਮਾਹੌਲ ਉਹਨੂੰ ਕਈ ਵਾਰ ਨਾ ਸੋਸ਼ਲ ਪੋਲੀਟੀਕਲ ਮਾਹੌਲ ਮਿਲਦਾ ਕਿਸੇ ਇਸ਼ੂਜ਼ ਨੂੰ ਉੱਭਰਨ ਵਾਸਤੇ, ਲੋਕਾਂ ਨੂੰ ਆਪਣੀ ਗੱਲ ਕਹਿਣ ਵਾਸਤੇ, ਉਹ ਮਾਹੌਲ ਸਾਜ਼ਗਾਰ ਨਹੀਂ ਸੀ ਜੀ। ਹੁਣ ਜਿਸ ਵੇਲੇ ਪਹਿਲਾਂ ਇੱਕ ਫਿਰ ਦੋ ਫਿਰ ਇੱਕ ਪੂਰੇ ਦਾ ਪੂਰਾ ਮਾਝਾ, ਫਿਰ ਵੱਡੇ ਲੈਵਲ ਤੋਂ ਛੋਟੇ ਲੈਵਲ ਤੱਕ, ਥਰਡੇ ਲੈਵਲ ਤੱਕ ਜਿਹੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਵਿਰੋਧੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ, ਤਿੱਖੀਆਂ ਸ਼ੁਰੂ ਹੋ ਗਈਆਂ, ਜਿਹੜੀਆਂ ਹੁਣ ਨਾਂ ਨਹੀਂ ਲੈ ਰਹੀਆਂ ਹਟਣ ਦਾ, ਇੱਕ ਤੋਂ ਬਾਅਦ ਇੱਕ। ਹਾਲਾਂਕਿ ਵੱਡੇ ਬਾਦਲ ਸਾਹਿਬ ਨੇ ਕਵਾਇਦ ਸ਼ੁਰੂ ਕਰ ਦਿੱਤੀ, ਉਹ ਭਾਵੇਂ ਪਟਿਆਲਾ ਰੈਲੀ ਦੇ ਬਹਾਨੇ ਹੀ ਲੋਕਾਂ 'ਚ ਗਏ ਜੀ। ਗੱਲਾਂ ਉਹਨਾਂ ਨੇ ਸੁਖਬੀਰ ਦੀ ਪ੍ਰਧਾਨਗੀ ਬਚਾਉਣ ਵਾਲੀਆਂ ਹੀ ਕੀਤੀਆਂ। ਇਸੇ ਤਰ੍ਹਾਂ ਸੁਖਬੀਰ ਹੋਰਾਂ ਨੇ ਟਕਸਾਲੀਆਂ ਨੂੰ ਅਹੁਦੇਦਾਰੀਆਂ ਲੁਧਿਆਣੇ ਤੋਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜੀ, ਟਕਸਾਲੀਆਂ ਦੇ ਘਰਾਂ 'ਚ ਜਾਣਾ ਸ਼ੁਰੂ ਕਰ ਦਿੱਤਾ, ਸਮੇਤ ਅਵਤਾਰ ਸਿੰਘ ਮੱਕੜ ਹੋਰਾਂ ਦੇ, ਜਿਨ੍ਹਾਂ ਨੇ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਸੀਗੀਆਂ ਸੁਖਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਹੋਏ ਬੇਅਦਬੀ ਮਾਮਲਿਆਂ ਜਾਂ ਹੋਏ ਜਿਹੜੇ ਉਸ ਵੇਲੇ ਸ਼ਹੀਦ ਹੋ ਗਏ ਨੌਜਵਾਨ, ਜਿਹੜੇ ਮਾਰੇ ਗਏ, ਕਤਲ ਹੋ ਗਏ ਪੁਲਿਸ ਦੀ ਗੋਲੀ ਦੇ ਨਾਲ। ਔਰ ਆਪਣਾ ਰਾਜ ਹੋਵੇ, ਆਪਣੇ ਬੰਦੇ ਹੋਣ, ਸ਼ਾਂਤਮਈ ਢੰਗ ਦੇ ਨਾਲ ਇੰਨਾ ਭਾਵੁਕ ਮਸਲਿਆਂ ਦੇ ਉੱਤੇ ਕੋਈ ਆਪਣਾ ਰੋਸ, ਆਪਣਾ ਵਿਰੋਧ ਜਤਾ ਰਹੇ ਹੋਣ,
ਉਹਨਾਂ ਦੇ ਉੱਤੇ ਜੋ ਵਧੀਕੀਆਂ ਹੋਈਆਂ, ਖਾਸ ਕਰਕੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜੋ ਮਾਹੌਲ ਬਣਿਆ ਅਕਾਲੀ ਦਲ ਦੇ ਵਿੱਚ, ਉਹ ਮਾਹੌਲ ਜਸਵੀਰ ਪੰਜਾਬ ਦੇ ਨਾਲ ਵਿਦੇਸ਼ਾਂ 'ਚ ਵੀ ਸੀ ਔਰ ਦਿੱਲੀ ਦੇ ਵਿੱਚ ਵੀ ਸੀ ਜੀ। ਉਹ ਬਾਹਰ ਨਾ ਸੀ ਆ ਰਿਹਾ, ਵਿਦੇਸ਼ਾਂ ਵਾਲਾ ਬਾਹਰ ਤਾਂ ਮਨਜੀਤ ਸਿੰਘ ਜੀਕੇ ਹੋਰਾਂ ਦੇ ਜਾਣ ਨਾਲ ਆਇਆ। ਔਰ ਮੈਂ ਕਈ ਵਾਰ ਇਹ ਗੱਲ ਇੱਥੇ ਦੁਹਰਾਉਣਾ ਆ, ਜਿਹੜੀ ਗੱਲ ਬਹੁਤ ਮਾਇਨੇ ਰੱਖਦੀ ਆ ਅਕਾਲੀ ਦਲ ਵਾਸਤੇ, ਕਿ ਉਹਨਾਂ ਦੇ ਪ੍ਰਵਾਸੀ ਵਿੰਗ ਦੀ ਕੋਈ ਕਮਾਂਡ ਸੰਭਾਲਣ ਵਾਸਤੇ ਲੀਡਰਸ਼ਿਪ ਤਿਆਰ ਨਹੀਂ ਆ ਜੀ। ਕੋਈ ਪੁਰਾਣੇ ਤਾਂ ਕੀ ਨੌਜਵਾਨ ਲੀਡਰਸ਼ਿਪ ਵੀ ਉਸ ਵਿੰਗ ਨੂੰ ਸੰਭਾਲਣ ਲਈ ਤਿਆਰ ਨਹੀਂ, ਕਿਉਂਕਿ ਬਾਹਰੋਂ ਵਿਰੋਧ ਬਹੁਤ ਜ਼ਿਆਦਾ ਹੈ ਅਕਾਲੀ ਦਲ ਦਾ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਕੋਈ ਸਭ ਠੀਕ ਠਾਕ ਨਹੀਂ ਸੀ। ਸੈਕੰਡ, ਤੁਸੀਂ ਦੇਖਿਆ ਹੋਣਾ ਇਹਨਾਂ ਦਾ ਐਟੀਟਿਊਡ, ਜਿਹੜਾ ਜੀਕੇ ਹੋਰਾਂ ਦਾ ਹੀ ਐਟੀਟਿਊਡ ਕੀ ਹੈ, ਕਿ ਉਹਨਾਂ ਦੀ ਪ੍ਰੈਸ ਕਾਨਫਰੰਸ ਵਾਇਰਲ ਹੋਈ ਸੀ ਕਿ ਭਾਈ ਤੁਸੀਂ ਉਹ ਵਿਦੇਸ਼ ਤੋਂ ਵਾਪਸ ਆਣ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਮੈਂ ਡਰਦਾ ਨਹੀਂ, ਮੈਂ ਖੜਾ ਆ, ਮੈਂ ਪੰਥ ਨਾਲ ਖੜਾ ਆ, ਮੈਂ ਪੰਥ ਦੇ ਦੋਖੀ ਨੇ ਉਹ ਜਿਹੜੇ ਮੇਰੇ ਤੇ ਹਮਲੇ ਕਰਦੇ ਨੇ, ਮੈਂ ਫੇਰ ਜਾਊਂਗਾ। ਇਹ ਪ੍ਰੈਸ ਕਾਨਫਰੰਸ ਸੀ ਇੱਕ ਭਵਕੀਆਂ ਜੀਆਂ ਵਾਲੀ। ਤਾਂ ਉਹਦੇ ਵਿੱਚ ਇੱਕ ਉਹਨਾਂ ਦਾ ਕੋਈ ਪੀਏ ਕੰਨ ਚ ਆਣ ਕੇ ਕਹਿੰਦਾ ਕਿ ਕੁਝ 100 ਦੇ ਕਰੀਬ ਜਿਹੜੇ ਅਕਾਲੀ, ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਹੋਣ, ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਹੋਣ, ਹੈਨ ਤਾਂ ਉਹ ਅਕਾਲੀ ਸਨ, ਹੈਨ ਤਾਂ ਉਹ ਸਿੱਖ ਹੀ ਸਨ, ਹੈਨ ਤਾਂ ਉਹੀ ਸਨ ਜਿਹੜੇ ਇਹਨਾਂ ਕੋਲੋਂ ਬੇਅਦਬੀ ਦੇ ਮਾਮਲਿਆਂ ਤੋਂ ਦੁਖੀ ਹੋਏ ਸੀਗੇ, ਖਿਜੇ ਹੋਏ ਸੀ, ਵਿਰੋਧ 'ਚ ਸੀਗੇ ਇਹਨਾਂ ਦੇ। ਤਾਂ ਉਹ ਉਹਨੂੰ ਕਹਿੰਦਾ ਕਿ ਉਹਨਾਂ ਨੂੰ ਇੱਧਰ ਆਉਣ ਦੇ ਚੁਕਵਾ ਦਿਓ, ਪੁਲਿਸ ਨੂੰ ਕਹਿ ਕੇ। ਲੈਂਗੁਏਜ ਕਿਹੜੀ ਆ, ਪੁਲਿਸ ਨੂੰ ਕਹਿ ਕੇ ਚੁਕਵਾ ਦਿਓ। ਹੁਣ ਤੁਸੀਂ ਸਮਝ ਸਕਦੇ ਆ ਕਿ ਜਿਹੜੀ ਇਸ ਲੈਂਗੁਏਜ ਦੀ ਹੈਜਮਨੀ ਜਿਹੜੀ ਹੈ ਉਹ ਕਿੰਨੀ ਭਿਆਨਕ ਹੋਏਗੀ, ਕਿ ਇਸ ਤਰੀਕੇ ਦੇ ਨਾਲ ਤੁਸੀਂ, ਮਤਲਬ ਤੁਸੀਂ ਬੇਅਦਬੀ ਮਾਮਲਿਆਂ ਦੇ ਵਿੱਚ ਰਣਜੀਤ ਸਿੰਘ ਕਮਿਸ਼ਨ ਨੇ ਤੁਹਾਡੇ ਉੱਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਜੀ, ਔਰ ਉਸ ਸਵਾਲੀਆ ਨਿਸ਼ਾਨ ਦੇ ਵਿਰੋਧ 'ਚ ਵੀ ਸਿੱਖ ਤੁਹਾਡਾ ਵਿਰੋਧ ਨਹੀਂ ਕਰ ਸਕਦੇ। ਤੁਸੀਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਚੁਕਵਾਉਣ ਤੱਕ ਦੀ ਛਕੋ। ਕੋਈ ਬੀਜੇਪੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ, ਔਰ ਇਹਨਾਂ ਦਾ ਬੀਜੇਪੀ ਦੇ ਨਾਲ ਅਲਾਇੰਸ ਹੈ, ਇਹਨਾਂ ਦਾ ਗੰਢ ਚਿਤਰਾ ਵਾ, ਗੱਠ ਜੋੜ ਆ ਇਹਨਾਂ ਦਾ, ਇਹ ਝੁਕੇ ਪਏ ਨੇ ਬੀਜੇਪੀ ਦੇ ਅੱਗੇ। ਸੋ ਉਹ ਸਾਰੇ ਦਾ ਸਾਰਾ ਜਿਹੜਾ ਜਸਵੀਰ, ਅਜੇ ਇਹਨਾਂ ਦੀ ਨਾ ਤਾਣੀ ਜਿਹੜੀ ਆ ਉਹ ਸੁਲਝੀ ਨਹੀਂ ਆ, ਜਿੰਨਾ ਮਰਜ਼ੀ ਜ਼ੋਰ ਲਾ ਲੈਣ ਜੀ। ਹਾਲਾਂਕਿ ਕੁਝ ਵਿਸ਼ਲੇਸ਼ਣ ਕਰਤਿਆਂ ਨੇ, ਜਿਹੜੇ ਸਿਆਸੀ ਪੰਡਿਤ ਨੇ, ਉਹਨਾਂ ਨੇ ਵਿਰੋਧੀ ਸੁਰਾਂ ਨੂੰ ਇਸ ਕਰਕੇ ਵੀ ਮੱਠੀਆਂ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਰਿਵਾਰਵਾਦ ਦਾ ਬਹੁਤ ਬੁਰੀ ਤਰ੍ਹਾਂ ਸ਼ਿਕਾਰ ਹੈ। ਹਰ ਇੱਕ ਦੇ ਬੇਟੇ, ਰਿਸ਼ਤੇਦਾਰ, ਪੁਸ਼ਤ ਪਨਾਹੀ ਐਸੀ ਹੋਈ, ਔਰ ਇਹ ਪੰਜਾਬ ਦੀ ਵਿਡੰਬਨਾ ਆ ਕਿ ਅਸੀਂ 30 ਸਾਲਾਂ ਤੋਂ ਪੰਜਾਬ ਦੇ ਨਾਗਰਿਕਾਂ ਨੂੰ, ਪੰਜਾਬ ਦੇ ਬਾਸ਼ਿੰਦਿਆਂ ਨੂੰ ਅਪੋਲੀਟੀਕਲਾਈਜ਼ਡ ਕੀਤਾ, ਗੈਰ ਸਿਆਸੀਕਰਨ ਕੀਤਾ, ਉਹਨਾਂ ਨੂੰ ਸਿਆਸੀ ਸਮਝ ਹੀ ਨਹੀਂ ਉਹਨਾਂ ਦੀ ਬਣਨ ਦਿੱਤੀ, ਔਰ ਪਰਿਵਾਰਵਾਦ ਨੂੰ ਇੰਨਾ ਕੁ ਬੜਾਵਾ ਦਿੱਤਾ ਕਿ ਜਮਹੂਰੀਅਤ ਦਾ ਲੱਕ ਟੁੱਟ ਗਿਆ। ਇਸ ਟਾਈਮ ਜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪੁੱਤਰ ਮੋਹ 'ਚ ਪਰਿਵਾਰਵਾਦ ਦੇ ਵਿੱਚ ਫਸੇ ਹੋਏ ਨੇ, ਤਾਂ ਬਚਿਆ ਕੋਈ ਟਕਸਾਲੀ ਆਗੂ ਵੀ ਨਹੀਂ ਆ। ਉਹਨਾਂ ਨੇ ਵੀ ਗਾਂਹ ਤੋਂ ਗਾਂਹ ਆਪਣੇ ਬੇਟਿਆਂ ਨੂੰ ਆਪਣੀਆਂ ਗੱਦੀਆਂ ਜਿਹੜੀਆਂ ਉਹ ਸੌਂਪੀਆਂ ਹੋਈਆਂ ਨੇ, ਦਿੱਤੀਆਂ ਹੋਈਆਂ ਨੇ, ਔਰ ਉਹਨਾਂ ਦੇ ਵੀ ਜਿਹੜੇ ਨੇ ਹਿੱਤ ਨੇ ਜਸਵੀਰ, ਕਿ ਉਹ ਜ਼ਿਆਦਾ ਜ਼ੁਬਾਨ ਵੀ ਨਹੀਂ ਖੋਲ੍ਹ ਸਕਦੇ ਜਿੰਨੀ ਖੋਲ੍ਹੀ ਜਾਣੀ ਚਾਹੀਦੀ ਹੈ। ਪਰ ਇੱਕ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜੀ ਹੁਣ ਜ਼ੁਬਾਨ ਖੁੱਲ੍ਹੀ ਆ ਨਾ, ਉਹਦੀ ਟੋਨ ਜਿਹੜੀ ਆ ਨਾ, ਉਹ ਟੋਨ ਬਾਦਲ ਪਰਿਵਾਰ ਦੇ ਵਿਰੋਧ 'ਚ ਸੈੱਟ ਹੋ ਗਈ ਹੈ, ਔਰ ਉਹ ਪਿਛਾਂਹ ਮੁੜਦੀ ਨਜ਼ਰ ਨਹੀਂ ਆ ਰਹੀ, ਜਿੰਨਾ ਕੁ ਮਰਜ਼ੀ ਜ਼ੋਰ ਲਾ ਲੈਣ। ਕਿਉਂਕਿ ਅੱਗੇ ਇਹ ਸੀਗਾ ਵੀ ਅਸੀਂ ਪਰਿਵਾਰ ਨਹੀਂ ਵਾਰ ਸਕਦੇ, ਹੁਣ ਉਹ ਇਹ ਹੈ ਕਿ ਅਸੀਂ ਇੱਕ ਪਰਿਵਾਰ ਤੋਂ ਬਹੁਤੇ ਪਰਿਵਾਰ ਨਹੀਂ ਵਾਰ ਸਕਦੇ, ਜਾਂ ਸਾਰੇ ਪਰਿਵਾਰ ਨਹੀਂ ਵਾਰ ਸਕਦੇ, ਭਾਵੇਂ ਉਹ ਪਰਿਵਾਰਵਾਦ ਦੀ ਰਾਜਨੀਤੀ ਹੀ ਕਰਨ। ਇਹ ਵੀ ਹੈ ਕਿ ਹੁਣ ਉਹਨਾਂ ਨੂੰ ਆਪਣੇ ਮੁੰਡੇ ਸੈੱਟ ਹੋਏ ਨਜ਼ਰ ਆਉਂਦੇ ਆ ਸਿਆਸਤ ਦੇ ਵਿੱਚ, ਤਾਂ ਉਹਨਾਂ ਨੂੰ ਲੱਗਦਾ ਕਿ ਵਿਰਾਸਤ ਇਹ ਸੰਭਾਲ ਸਕਦੇ ਆ ਅਕਾਲੀ ਦਲ ਦੀ। ਸੋ ਇਸ ਤਰੀਕੇ ਦਾ ਸਿਲਸਿਲਾ ਵੀ ਚੱਲ ਰਿਹਾ। ਪਰ ਨਾਲ ਦੀ ਨਾਲ ਇੱਕ ਚੀਜ਼ ਹੋਰ ਵੀ ਹੈ, ਇੱਕ ਪਾਸੇ ਦਿੱਲੀ ਦੇ ਵਿੱਚ ਇਹ ਤਰਥੱਲੀ ਜੀ ਮਚਣੀ ਸ਼ੁਰੂ ਹੋ ਗਈ ਹੈ, ਅਹੁਦੇਦਾਰੀਆਂ ਵੰਡਣ ਦੇ ਲਾਲਚ ਜਿਹੜੇ ਦਿੱਤੇ ਜਾ ਰਹੇ ਆ। ਮਨਜੀਤ ਸਿੰਘ ਜੀਕੇ ਹੋਰੀ ਕਹਿੰਦੇ ਕਿ ਨਾਰਾਜ਼ ਹੋਇਆਂ ਨੂੰ ਮੈਂ ਆਪ ਜਾ ਕੇ ਮਨਾ ਕੇ ਲਿਆਉਂਗਾ। ਦੂਜੇ ਪਾਸੇ ਜਦੋਂ ਅਸੀਂ ਪੰਜਾਬ ਵੱਲ ਵਾਪਸ ਪਰਤਦੇ ਹਾਂ ਆਨੰਦ ਜੀ, ਤੇ ਸੰਗਰੂਰ ਦੇ ਵਿੱਚ ਜਿਹੜੇ ਆ ਸੁਖਬੀਰ ਬਾਦਲ ਦਾ ਵਿਰੋਧ ਹੁੰਦਾ ਨਜ਼ਰ ਆਉਂਦਾ ਆ। ਉਹਨਾਂ ਦੀ ਗੱਡੀ ਦੇ ਉੱਤੇ ਜੁੱਤੀ ਤੱਕ ਸੁੱਟੀ ਜਾਂਦੀ ਆ, ਕਾਲੀਆਂ ਝੰਡੀਆਂ ਦਿਖਾਈਆਂ ਜਾਂਦੀਆਂ। ਮਤਲਬ ਕਿ ਜੋ ਮਰਜ਼ੀ ਕਰ ਲੈਣ, ਪੰਜਾਬ ਦੇ ਵਿੱਚ ਰੋਸ ਸੁਖਬੀਰ ਬਾਦਲ ਦੇ ਖਿਲਾਫ ਜਾਂ ਬਾਦਲ ਪਰਿਵਾਰ ਦੇ ਖਿਲਾਫ ਘਟਦਾ ਨਜ਼ਰ ਤਾਂ ਬਿਲਕੁਲ ਨਹੀਂ ਆ ਰਿਹਾ। ਯਾ ਜਸਵੀਰ, ਅਸਲ 'ਚ ਇਹਦੀ ਕੰਸੋ ਉਦੋਂ ਹੀ ਮਿਲ ਗਈ ਸੀ ਵੀ ਇਹ ਕੁਝ ਹੋਏਗਾ ਜਦੋਂ ਹਰਸਿਮਰਤ ਬਾਦਲ ਔਰ ਮਜੀਠੀਆ ਹੋਰੀ ਇੱਕ ਪਿੰਡ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਨੇ ਜਿੱਥੇ ਕੋਈ ਸਮਾਗਮ ਹੁੰਦਾ ਹਰ ਸਾਲ, ਤੇ ਉੱਥੇ ਬਾਦਲ ਪਰਿਵਾਰ ਵੱਲੋਂ ਹਰ ਸਾਲ ਸ਼ਿਰਕਤ ਕੀਤੀ ਜਾਂਦੀ ਹੈ।
ਤਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਵੀ ਉੱਥੇ ਤੇ ਲੋਕੀ ਗੋਹੇ ਦੀਆਂ ਬਾਲਟੀਆਂ ਭਰ ਭਰ ਬੈਠੇ ਨੇ ਵੀ ਅਸੀਂ ਗਏ ਤੇ ਸਾਡੇ ਤੇ ਪਤਾ ਨਹੀਂ ਕੀ ਕੁਝ ਹੋ ਜਾਣਾ ਹੈ, ਤਾਂ ਉਹਨਾਂ ਨੂੰ ਵਾਪਸ ਮੁੜਨਾ ਪੈਂਦਾ ਆ। ਇਹ ਉਦੋਂ ਹੀ ਪਤਾ ਲੱਗ ਗਿਆ ਸੀ ਬਈ ਹੁਣ ਇਹ ਜਿਹੜੇ ਅਕਾਲੀ ਦਲ ਦੇ ਜੇ ਇੱਕ ਪਰਿਵਾਰ ਜਾਂ ਉਹ ਬੰਦੇ ਜਿਨ੍ਹਾਂ ਦੇ ਨੇ ਇੱਕ ਵੇਲੇ ਅਕਾਲੀ ਦਲ ਦੇ ਉੱਪਰ ਕਬਜ਼ਾ ਰੱਖਿਆ ਔਰ ਇੰਨਾ ਕੁਝ ਕਰ ਦਿੱਤਾ ਵੀ ਜਿਹੜਾ ਨਾ ਸਿਰਫ ਸਿੱਖ ਪੰਥ ਦੇ ਸਿੱਖਾਂ ਦੇ ਖਿਲਾਫ ਜਾਂਦਾ ਸੀ, ਆਮ ਪੰਜਾਬੀ ਦੇ ਵੀ ਖਿਲਾਫ ਗਿਆ। ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦਾ ਬੇੜਾ ਗਰਕ ਵੀ ਹੋਇਆ ਆ। ਇਹ ਨਹੀਂ ਵੀ ਹੁਣ ਵਾਲੇ ਨਹੀਂ ਕਰ ਰਹੇ, ਪਰ ਉਹ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਮਿਸਮੈਨੇਜਮੈਂਟ ਹੋਈ ਆ, ਇੱਕ ਤਾਂ ਪੰਜਾਬ ਆਰਥਿਕ ਤੌਰ ਤੇ ਬਿਲਕੁਲ ਪਿੱਛੇ ਗਿਆ। ਪੋਲੀਟੀਕਲ, ਜਿਸ ਤਰ੍ਹਾਂ ਕਾਲੀ ਜੀ ਨੇ ਕਿਹਾ ਵੀ ਲੋਕਾਂ ਨੂੰ ਸਿਆਸੀ ਕਰ ਦਿੱਤਾ, ਲੋਕਾਂ ਨੂੰ ਇੰਨਾ ਉਲਝਾ ਦਿੱਤਾ ਗਿਆ ਵੀ ਉਹਨਾਂ ਨੂੰ ਸਿਆਸੀ ਸੋਝੀ ਤੋਂ ਇੱਕ ਸਾਈਡ ਤਰ੍ਹਾਂ ਉਹਨੂੰ 2 ਵਕਤ ਦੀ ਰੋਟੀ ਦੇ ਚੱਕਰਾਂ 'ਚ ਹੀ ਪਾ ਦਿੱਤਾ ਗਿਆ। ਔਰ ਪਾੜਾ ਜਿਹੜਾ ਸੀ ਅਮੀਰ ਗਰੀਬੀ ਦਾ ਬਹੁਤ ਵੱਡਾ ਮਾਫੀਆ ਫੈਲ ਗਿਆ ਜੀ। ਔਰ ਉੱਤੋਂ ਜਿਹੜਾ ਨਾ ਕਹਿੰਦੇ ਵੀ ਕੋੜ ਪਿਆਦ ਉੱਪਰੋਂ ਖਾਰਸ਼ ਆ ਗਈ, ਉਹ ਇਹ ਸੀ ਵੀ ਬੇਅਦਬੀ ਦੇ ਕੇਸਾਂ ਨੇ ਤਾਂ ਜਿਹੜਾ ਨਾ ਬੁਰਾ ਹਾਲ ਕਰ ਦਿੱਤਾ। ਔਰ ਜਦੋਂ ਵੀ ਧਰਮ ਦੇ ਨਾਲ ਜੁੜਦਾ, ਔਰ ਪੰਜਾਬ ਦੇ ਵਿੱਚ ਜਸਵੀਰ ਜੇ ਸਿੱਖ ਪੰਥ ਦੇ ਨਾਲ, ਗੁਰੂ ਸਾਹਿਬਾਨ ਦੇ ਨਾਲ, ਜੇ ਉਹਨਾਂ ਦੀ ਸ਼ਖਸੀਅਤ ਨਾਲ, ਉਹਨਾਂ ਦੀ ਵਿਚਾਰਧਾਰਾ ਨਾਲ ਜਾਂ ਉਹਨਾਂ ਦੀਆਂ ਨਿਸ਼ਾਨੀਆਂ ਨਾਲ ਕੁਝ ਹੁੰਦਾ ਆ, ਤਾਂ ਫਿਰ ਇੱਕ ਆਮ ਪੰਜਾਬੀ ਵਿੱਚ ਭਾਵੇਂ ਉਹ ਸਿੱਖ ਨਹੀਂ ਹੈ ਪਰ ਉਹਦਾ ਵੀ ਦਿਲ ਦੁਖਦਾ ਆ। ਔਰ ਇਹੋ ਦਿਲ ਦੁਖਣ ਦੀਆਂ ਜਿਹੜੀਆਂ ਭਾਵਨਾਵਾਂ ਜਿਹੜੀਆਂ ਠੇਸ ਪਹੁੰਚੀਆਂ ਨੇ, ਔਰ ਉਹ ਤੋਂ ਇਹ ਵੀ ਜਸਵੀਰ ਇਹਨਾਂ ਜਿਹੜੀਆਂ ਹੁਣ ਚਾਹੇ ਉਹ ਦੋਨਾਂ ਭੈਣ ਭਰਾਵਾਂ ਦਾ ਵਿਰੋਧ ਜਾਂ ਹੁਣ ਸੁਖਬੀਰ ਬਾਦਲ ਹੋਣਾ ਦੀ ਕਾਰ ਦੇ ਉੱਪਰ ਜੁੱਤੀ ਸੁੱਟਣ ਦਾ ਇਹਦਾ ਮਤਲਬ ਇਹ ਆ ਵੀ ਜਿਹੜਾ ਆਮ ਬੰਦਾ ਨਾ, ਆਮ ਪੰਜਾਬੀ ਆ, ਆਮ ਸਿੱਖਿਆ, ਜਿਹੜਾ ਅਸਲ ਦੇ ਵਿੱਚ ਸ਼ਰਧਾਵਾਨ ਆ, ਜਿਹਦੀ ਸਿਆਸਤ ਨਹੀਂ ਹੈਗੀ, ਉਹ ਅਸਲ ਦੇ ਵਿੱਚ ਇਹਨਾਂ ਤੋਂ ਪਰੇਸ਼ਾਨ ਆ। ਔਰ ਉਹ ਚੰਗੇ ਮਾੜੇ ਦੀ ਘੋਖ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਔਰ ਇਹ ਜਿਹੜੀ ਪਰੇਸ਼ਾਨੀ ਹੈ ਜਸਵੀਰ, ਔਰ ਇਹ ਜਦੋਂ ਕੋਈ ਚੱਪਲ ਮਾਰਦਾ, ਹੱਥੀ ਪੈਂਦਾ ਹੈ, ਸਿਆਹੀ ਸੁੱਟਦਾ ਆ ਜਾਂ ਇਸ ਤਰ੍ਹਾਂ ਦਾ ਕੋਈ ਕੰਮ ਕਰਦਾ ਆ, ਇਟ ਮੀਨਸ ਕਿ ਉਹਨੂੰ ਸਿਸਟਮ ਤੋਂ ਜਾਂ ਉਹ ਖਿੱਚ ਜਾਂਦਾ ਆ। ਉਹਨੂੰ ਲੱਗਦਾ ਵੀ ਯਾਰ ਇਹ ਕੀ, ਕਿਉਂਕਿ ਇੱਕ ਪਾਸੇ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਬੁਰੀ ਤਰ੍ਹਾਂ ਹੁੰਦਾ ਆ, ਉਹ ਇੱਕ ਦੂਜੇ ਦੇ ਉੱਪਰ ਖੇ ਖੁੱਦੋ ਵੀ ਹੋਣੀ ਸ਼ੁਰੂ ਹੋ ਜਾਂਦੀ ਆ। ਦੂਸਰੇ ਪਾਸੇ ਪੰਜਾਬ ਦੇ ਵਿੱਚ ਉਹ ਰੈਲੀ ਵੀ ਚੱਲਣ ਲੱਗ ਪੈਂਦਾ ਆ। ਔਰ ਇਹ ਸਾਰੇ ਦੇ ਵਿੱਚ ਹੁਣ ਲੋਕ ਜਿਹੜੇ ਨੇ ਸਮਝਣ ਲੱਗ ਪਏ ਨੇ ਵੀ ਇਹ ਰੈਲੀ ਜਿਹੜੀ ਚੱਲਣੀ ਹੈ ਹੁਣ, ਤੂੰ ਵੀ ਮਾੜਾ, ਉਹ ਚੰਗਾ, ਇਹ ਸਾਨੂੰ ਮੇਨ ਮੁੱਦੇ ਤੋਂ ਪਿੱਛੇ ਕਰਨ ਦਾ ਆ। ਇਸ ਕਰਕੇ ਇਹ ਖਿੱਚ ਵੀ ਹੈ ਜਸਵੀਰ ਸਿਸਟਮ ਪ੍ਰਤੀ, ਜਿਹੜੇ ਆਪਣੀ ਲੀਡਰਸ਼ਿਪ ਆ ਉਹਦੇ ਪ੍ਰਤੀ ਇਹ ਖਿੱਚ ਵੀ ਆ। ਉਸ ਖਿੱਚ ਚੋਂ ਹੀ ਇਹ ਨਿਕਲਦੀਆਂ ਨੇ ਇੱਦਾਂ ਦੀਆਂ ਘਟਨਾਵਾਂ। ਔਰ ਮੈਨੂੰ ਲੱਗਦਾ ਆ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਥੋੜਾ ਜਿੰਨਾ ਹੈਲਮਟ ਵੀ ਪਾ ਕੇ ਬਾਹਰ ਨਿਕਲਣਾ ਪਏਗਾ ਔਰ ਸਮਝਣਾ ਪਏਗਾ। ਔਰ ਅਜੇ ਵੀ ਵੈਸੇ ਡੁੱਲੇ ਬੇੜਾਂ ਦਾ ਵਿਗੜ ਤੇ ਬਹੁਤ ਕੁਝ ਗਿਆ ਆ, ਪਰ ਅਜੇ ਵੀ ਬਿਆਨਬਾਜ਼ੀ ਹੈ ਜਸਵੀਰ ਜਿਹੜੀ ਖਾਸ ਕਰਕੇ, ਚਾਹੇ ਸਰਕਾਰ ਵੱਲੋਂ, ਚਾਹੇ ਸੁਖਬੀਰ ਬਾਦਲ ਵੱਲੋਂ। ਪ੍ਰਕਾਸ਼ ਸਿੰਘ ਬਾਦਲ ਹੋਣੀ ਤਾਂ ਬਿਆਨਬਾਜ਼ੀ ਬੜੇ ਸੋਚ ਸਮਝ ਕੇ ਕਰਦੇ ਨੇ, ਕਰ ਵੀ ਰਹੇ ਨੇ, ਜਾਂ ਅਕਾਲੀ ਦਲ ਦੇ ਵਿੱਚ ਹੀ ਜਿਹੜੇ ਵਿਰੋਧੀ ਸੁਰ ਉੱਠ ਰਹੇ ਨੇ ਉਹਨਾਂ ਨੂੰ ਬਹੁਤ ਜ਼ੁਬਾਨ ਨੂੰ ਬਹੁਤ ਕੰਟਰੋਲ ਕਰਨਾ ਪਏਗਾ। ਉਹ ਚਾਹੇ ਕਾਂਗਰਸ 'ਤੇ ਹਮਲਾ ਕਰਨ, ਚਾਹੇ ਕਾਂਗਰਸ, ਕਿਉਂਕਿ ਸਿਆਸਤ ਇੱਕ ਐਸੀ ਚੀਜ਼ ਆ, ਖਾਸ ਕਰਕੇ ਪੰਜਾਬ ਦੀ, ਪਾਸਾ ਪਰਤਦੇ ਆ ਜਿਨ੍ਹਾਂ ਨੇ ਅੱਜ ਸੁਖਬੀਰ ਬਾਦਲ ਦੀ ਗੱਡੀ ਤੇ ਚੱਪਲ ਸੁੱਟੀ ਹੈ, ਜੁੱਤੀ ਸੁੱਟੀ ਹੈ, ਉਹ ਦੂਸਰਿਆਂ ਤੇ ਵੀ ਸੁੱਟ ਸਕਦੇ ਨੇ, ਕਦੀ ਵੀ ਪਾਸਾ ਕਦੀ ਵੀ। ਇਸ ਕਰਕੇ ਜ਼ੁਬਾਨ ਔਰ ਬਿਆਨਬਾਜ਼ੀ ਦੇ ਉੱਪਰ ਕੰਟਰੋਲ ਜਿਹੜਾ ਬਹੁਤ ਜ਼ਰੂਰੀ ਹੁਣ ਕਰਨਾ ਪਏਗਾ। ਕੰਟਰੋਲ ਬਹੁਤ ਜ਼ਰੂਰੀ ਹੈ। ਤੇ ਨਾਲ ਦੀ ਨਾਲ ਇੱਕ ਚੀਜ਼ ਹੋਰ ਵੀ ਹੈ